सर्जन सोसाइटी अमृतसर ਜਿਹਦੇ ਕਿ ਬੀਤੇ ਦਿਨੀ ਇਲੈਕਸ਼ਨ ਹੋਈ ਸੀ ਔਰ ਡਾਕਟਰ ਜੇਐਸ ਗਰੋਵਰ ਕੀ ਜਿਹੜੇ ਪ੍ਰੈਜ਼ੀਡੈਂਟ ਚੁਣੇ ਗਏ ਆ ਡਾਕਟਰ ਜੇਐਸ ਗਰੋਵਰ ਦੀ ਗੱਲ ਕਰਾਂ ਸੋ ਪ੍ਰੀਤ ਹਸਪੀਟਲ ਜਿੱਥੇ ਕਿ ਜਿਨ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਪ੍ਰੀਤ ਹਸਪੀਟਲ ਜਿਹੜੇ ਚਲਾਉਂਦੇ ਆ ਔਰ ਉਸ ਤੋਂ ਬਾਅਦ ਜੇਕਰ ਗੱਲ ਕਰਾਂ ਤਾਂ ਪ੍ਰੀਤ ਹਸਪੀਟਲ ਆਪਣੇ ਕੰਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਮੈਡੀਕਲ ਸੇਵਾਵਾਂ ਦੇ ਵਿੱਚ ਬੈਸਟ ਸੇਵਾਵਾਂ ਜਿਹੜੀ ਆ ਉਪਲਬਧ ਕਰਾਉਂਦਾ ਹੈ। ਲੇਕਿਨ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਰਜਨ सोसाइटी ਅੰਮ੍ਰਿਤਸਰ ਜਿਹਦੇ ਕਿ ਡਾਕਟਰ ਜੇਐਸ ਗਰੋਵਰ ਪ੍ਰੈਜ਼ੀਡੈਂਟ ਬਣੇ ਆ ਸੋ ਕੀ ਚੁਣੌਤੀਆਂ ਔਰ ਪ੍ਰੈਜ਼ੀਡੈਂਟ ਬਣੇ ਆ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਕਿ ਤੁਸੀਂ ਸਰਜਨ सोसाइटी ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਬਣੇ ਹੋ। ਥੈਂਕਸ ਅ ਲਾਟ ਜੀ। ਕੱਲ ਸਰਜਨ सोसाइटी ਅੰਮ੍ਰਿਤਸਰ ਦੀ ਮੀਟਿੰਗ ਹੋਈ ਜਿਸ ਵਿੱਚ ਸਰਵਸੰਮਤੀ ਨਾਲ ਮੈਨੂੰ ਸਾਲ 23-24 ਲਈ ਪ੍ਰਧਾਨ ਚੁਣਿਆ ਗਿਆ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਸੀਨੀਅਰਸ ਦਾ ਔਰ ਆਪਣੇ ਕੁਲੀਗਸ ਦਾ ਜਿਨ੍ਹਾਂ ਦੇ ਪਿਆਰ ਸਦਕਾ ਜਿਨ੍ਹਾਂ ਦੇ ਭਰੋਸਾ ਸਦਕਾ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਡਾਕਟਰ ਸਾਹਿਬ ਚੈਲੰਜਸ ਦੀ ਗੱਲ ਕਰੀਏ ਸੋ ਸਰਜਨ ਦਾ ਬਹੁਤ ਵੱਡਾ ਰੋਲ ਹੁੰਦਾ ਮੈਡੀਕਲ ਲਾਈਨ ਦੇ ਵਿੱਚ ਕਿਉਂਕਿ ਸਰਜਨ ਬਗੈਰ ਕਿਸੇ ਵੀ ਹਸਪੀਟਲ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ। ਸਰਜਰੀ ਇੱਕ ਬਹੁਤ ਹੀ ਇੰਪੋਰਟੈਂਟ ਬ੍ਰਾਂਚ ਹੈ ਮੈਡੀਸਨ ਦੀ ਔਰ ਮੈਨੂੰ ਇਹ ਸਰਜਰੀ ਫੀਲਡ ਵਿੱਚ ਆਇਆ 28 ਸਾਲ ਹੋ ਗਏ ਨੇ। 28 ਸਾਲ ਤੋਂ ਮੈਂ ਸਰਜਰੀ ਕਰ ਰਿਹਾ ਹਾਂ ਔਰ ਸਰਜਰੀ ਇੱਕ ਬੜੀ ਟਫ ਬ੍ਰਾਂਚ ਹੈ, ਬੜੀ ਡਿਮਾਂਡਿੰਗ ਬ੍ਰਾਂਚ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਇੱਕ ਵਾਰੀ ਪੇਸ਼ੈਂਟ ਸਾਡੇ ਬਲੇਡ ਦੇ ਥੱਲੇ ਆ ਜਾਂਦਾ ਹੈ ਤੇ ਉਸ ਦੀ ਜੀਵਨ ਮੌਤ ਦਾ ਜਿਹੜਾ ਹੈਗਾ ਵਾ ਦਾਰੋਮਦਾਰ ਸਾਰਾ ਸਰਜਨ ਦੀ ਕਾਬਲੀਅਤ ਉੱਤੇ ਡਿਪੈਂਡ ਕਰਦਾ ਹੈ। ਔਰ ਸਮੇਂ ਦੇ ਨਾਲ ਸਰਜਰੀ ਜਿਹੜੀ ਹੈ ਬਹੁਤ ਐਡਵਾਂਸ ਹੋ ਗਈ ਹੈ। ਜਦੋਂ ਕਿਤੇ ਅਸੀਂ ਓਪਨ ਸਰਜਰੀ ਕਰਦੇ ਸੀ ਉਸ ਤੋਂ ਬਾਅਦ ਹੁਣ ਦੂਰਬੀਨ ਵਾਲੀ ਸਰਜਰੀ ਆ ਗਈ ਹੈ, ਉਸ ਤੋਂ ਬਾਅਦ ਹੁਣ ਰੋਬੋਟਿਕ ਸਰਜਰੀ ਆ ਗਈ ਹੈ ਔਰ ਜਿਹੜਾ ਪੇਸ਼ੈਂਟ ਹੈ ਉਹ ਵੀ ਅੱਗੇ ਨਾਲੋਂ ਬੜਾ ਜਾਗਰੂਕ ਹੋ ਗਿਆ ਆਪਣੇ ਆਪਰੇਸ਼ਨ ਬਾਰੇ, ਆਪਣੇ ਇਲਾਜ ਬਾਰੇ। ਹਰ ਇੱਕ ਜਣਾ ਕੋਲ ਗੂਗਲ ਹੈ, ਹਰ ਇੱਕ ਜਣਾ ਪੜ੍ਹ ਕੇ ਆਉਂਦਾ ਹੈ, ਸਭ ਨੂੰ ਪਤਾ ਹੁੰਦਾ ਕਿ ਕੀ ਕੰਪਲਿਕੇਸ਼ਨਸ ਹੋ ਸਕਦੀਆਂ ਨੇ, ਕੀ ਪ੍ਰੋਸੀਜਰ ਹੁੰਦੇ ਨੇ। ਸੋ ਸਾਨੂੰ ਵੀ ਇੱਕ ਅਪਡੇਟ ਰੱਖਣਾ ਪੈਂਦਾ ਆਪਣੇ ਆਪ ਨੂੰ ਔਰ ਜੋ ਲੇਟੈਸਟ ਟੈਕਨੀਕ ਚੱਲਦੀ ਪਈਆਂ ਦੁਨੀਆ ਵਿੱਚ ਉਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਉਸੇ ਸਦਕਾ ਜਿਹੜੀ ਅਸੀਂ ਇਹ ਸੁਸਾਇਟੀ ਬਣਾਈ ਹੋਈ ਹੈ ਸਰਜਨ सोसाइटी ਆਫ ਅੰਮ੍ਰਿਤਸਰ, ਉਸ ਵਿੱਚ ਅਸੀਂ ਸਮੇਂ-ਸਮੇਂ ਸਿਰ ਬਾਹਰ ਦੇ ਡਾਕਟਰਾਂ ਨੂੰ ਕਾਲ ਕਰੀਦਾ ਵਾ, ਹਰ ਸਪੈਸ਼ਲਿਟੀ ਦੇ ਡਾਕਟਰਸ ਨੂੰ ਕਾਲ ਕਰੀਦਾ, ਲੈਕਚਰਸ ਹੁੰਦੇ ਨੇ, CMEs ਹੁੰਦੀਆਂ, ਵਰਕਸ਼ਾਪਸ ਹੁੰਦੇ ਆ ਤਾਂ ਕਿ ਜਿਹੜੇ ਅੰਮ੍ਰਿਤਸਰ ਦੇ ਸਰਜਨ ਨੇ ਉਹ ਅਪਡੇਟ ਰਹਿ ਸਕਣ ਜੋ ਵੀ ਇਸ ਵੇਲੇ ਦੁਨੀਆ ਵਿੱਚ ਲੇਟੈਸਟ ਹੋ ਰਿਹਾ ਹੈ। ਔਰ ਤੁਸੀਂ ਕੀ ਜਾਣਦੇ ਹੋ ਕਿ ਸਰਜਰੀ ਜਿਹੜੀ ਬ੍ਰਾਂਚ ਹੈ ਇਹਦੇ ਵਿੱਚ ਕੰਪਲਿਕੇਸ਼ਨਸ ਵੀ ਹੁੰਦੀਆਂ ਨੇ ਕਿਉਂਕਿ ਇੱਕ ਪਾਰਟ ਇਹੋ ਜਿਹਾ ਜਿਹੜਾ ਕਿ ਕਿਸੇ ਵੇਲੇ ਸਰਜਨ ਦੇ ਹੱਥ ਵੀ ਨਹੀਂ ਹੁੰਦਾ ਬਟ ਕੋਸ਼ਿਸ਼ ਕਰੀਦੀ ਹੈ ਕਿ ਮਿਨੀਮਲ ਕੰਪਲਿਕੇਸ਼ਨਸ ਔਰ ਗੁੱਡ ਰਿਜ਼ਲਟ ਦਿੱਤੇ ਜਾਣ ਤਾਂ ਕਿ ਜਿਹੜਾ ਪੇਸ਼ੈਂਟ ਹੈ ਉਹ ਸੈਟੀਸਫਾਈ ਹੋ ਕੇ ਜਾਏ। ਡਾਕਟਰ ਸਾਹਿਬ ਤੁਸੀਂ ਮੈਡੀਕਲ ਸੇਵਾਵਾਂ ਦੀ ਗੱਲ ਕਰੀਏ ਤਾਂ ਸਰਜਨ ਕੋਈ ਵੀ ਸਰਜਰੀ ਅਗਰ ਕਰਾਉਣ ਨੂੰ ਸੋਚਦਾ ਹੈ ਤਾਂ ਸਭ ਤੋਂ ਪਹਿਲਾਂ ਗੂਗਲ ਦੀ ਤੁਸੀਂ ਗੱਲ ਕੀਤੀ ਹੈ, ਕਿਤੇ ਵੀ ਆਪਣੇ ਆਲੇ ਦੁਆਲੇ ਪਤਾ ਕਰਦਾ ਵੀ ਕਿਹੜੇ ਡਾਕਟਰ ਬੈਸਟ ਹੈਗੇ ਨੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਸਰਜਨ सोसाइटी ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਹੋਣਾ ਇੱਕ ਮਾਣ ਦੀ ਗੱਲ ਔਰ ਮਾਣ ਦੀ ਗੱਲ ਹੈ ਪ੍ਰੀਤ ਹਸਪੀਟਲ ਦੀ ਕਿਉਂਕਿ ਇੱਥੇ ਵੀ ਜਿਹੜੇ ਪੇਸ਼ੈਂਟ ਆਉਂਦੇ ਉਹ ਸੈਟੀਸਫਾਈਡ ਹੋ ਕੇ ਜਾਂਦੇ ਨੇ। ਸੋ ਡਾਕਟਰ ਸਾਹਿਬ ਪ੍ਰੀਤ ਹਸਪੀਟਲ ਦੇ ਵਿੱਚ ਮਾਨ ਦੀ ਗੱਲ ਹੈਗੀ ਹੈ। ਮੈਂ ਦੇਖਿਆ ਜਿਸ ਤਰ੍ਹਾਂ ਆ ਰਹੇ ਸੀ ਸੋ ਹਰ ਕੋਈ ਗਾਈਡ ਵੀ ਕਰਦਾ ਹੈ, ਜ਼ਰੂਰੀ ਇਲਾਜ ਤੋਂ ਪਹਿਲਾਂ ਉਹਨੂੰ ਗਾਈਡੈਂਸ ਵੀ ਦਿੰਦਾ ਹੈ। ਜਿਸ ਤਰ੍ਹਾਂ ਤੁਸੀਂ ਬਾਹਰ ਲਿਖਿਆ ਵੀ ਹੋਇਆ ਕਿ ਜਿਹੜਾ ਪੇਸ਼ੈਂਟਸ ਹੈ ਉਹਨੂੰ ਪ੍ਰੋਪਰ ਗਾਈਡ ਵੀ ਕੀਤਾ ਜਾਂਦਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪ੍ਰੀਤ ਹਸਪੀਟਲ ਪਿਛਲੇ 20 ਸਾਲ ਤੋਂ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਔਰ ਮੈਨੂੰ ਬੜੇ ਮਾਣ ਨਾਲ ਔਰ ਬੜੇ ਫਖਰ ਨਾਲ ਮੈਂ ਇਹ ਕਹਿ ਰਿਹਾ ਹਾਂ ਕਿ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹ ਠੀਕ ਹੋ ਕੇ ਜਾਂਦੇ ਨੇ ਔਰ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਪੇਸ਼ੈਂਟ ਨੂੰ ਸਹੀ ਗਾਈਡ ਕੀਤਾ ਜਾਵੇ। ਜੇ ਮੇਰੇ ਕੋਲ ਉਸ ਚੀਜ਼ ਦਾ ਇਲਾਜ ਹੈ ਮੈਂ ਉਸ ਚੀਜ਼ ਦਾ ਇਲਾਜ ਬਖੂਬੀ ਕਰਦਾ ਹਾਂ ਪਰ ਜੇ ਮੈਨੂੰ ਕਿਸੇ ਸਟੇਜ ਤੇ ਲੱਗੇ ਕਿ ਇਹ ਜਿਹੜਾ ਪੇਸ਼ੈਂਟ ਸੀਰੀਅਸ ਹੈ ਤਾਂ ਉਸ ਨੂੰ ਰੈਫਰ ਕਰਨਾ ਵੀ ਇੱਕ ਕਾਬਲੀਅਤ ਦੀ ਨਿਸ਼ਾਨੀ ਹੈ। ਸੋ ਅਸੀਂ ਆਪਣੇ ਹਸਪੀਟਲ ਵਿੱਚ ਪ੍ਰੋਪਰ ਗਾਈਡੈਂਸ ਦੇਈਦੀ ਹੈ ਮਰੀਜ਼ ਨੂੰ ਔਰ ਉਹਨੂੰ ਇਲਾਜ ਬਾਰੇ ਪ੍ਰੋਪਰ ਦੱਸਿਆ ਜਾਂਦਾ ਹੈ, ਉਸ ਦਾ ਪ੍ਰੋਗਨੋਸਿਸ ਸਮਝਾਇਆ ਜਾਂਦਾ ਹੈ ਕਿ ਇਸ ਪੇਸ਼ੈਂਟ ਦਾ ਇਲਾਜ ਜਾਂ ਆਪਰੇਸ਼ਨ ਤੋਂ ਬਾਅਦ ਕੀ ਸਿੱਟਾ ਨਿਕਲਣਾ ਹੈ ਔਰ ਮਰੀਜ਼ ਨੂੰ ਕੌਨਫੀਡੈਂਸ ਵਿੱਚ ਲੈ ਕੇ ਅਟੈਂਡੈਂਟ ਨੂੰ ਕੌਨਫੀਡੈਂਸ ਵਿੱਚ ਲੈ ਕੇ ਤਾਂ ਹੀ ਮੈਂ ਫਰਦਰ ਇਲਾਜ ਕਰਦਾ। ਬਿਲਕੁਲ। ਇੱਕ ਪੇਸ਼ੈਂਟ ਦਾ ਕੀ ਚਾਹੀਦਾ, ਪੇਸ਼ੈਂਟ ਨੂੰ ਇਹ ਚਾਹੀਦਾ ਕਿ ਮੈਂ ਕਿਸੇ ਵੀ ਹਸਪੀਟਲ ਅਗਰ ਐਮਰਜੈਂਸੀ ਜਾਂਦਾ ਤਾਂ ਸਭ ਤੋਂ ਪਹਿਲਾਂ ਮੇਰੀ ਫੈਸਿਲਿਟੀ ਜਿਹੜੀ ਮੈਨੂੰ ਉਸ ਹਸਪੀਟਲ ਪ੍ਰੋਵਾਈਡ ਕਰੋ ਔਰ ਉਹ ਹਸਪੀਟਲ ਪ੍ਰੀਤ ਹਸਪੀਟਲ ਜਿਹੜਾ ਪ੍ਰੋਵਾਈਡ ਕਰਦਾ। ਡਾਕਟਰ ਸਾਹਿਬ 24 ਘੰਟੇ ਐਮਰਜੈਂਸੀ ਦੀ ਸੇਵਾਵਾਂ ਜਿਹੜੀ ਹੈਗੀਆਂ ਕਈ ਪੇਸ਼ੈਂਟਸ ਆਉਂਦੇ ਉਹ ਕਹਿੰਦੇ ਕਿ ਜਦੋਂ ਵੀ ਅਸੀਂ ਕਿਤੇ ਰੱਬ ਨਾ ਕਰੇ ਲੋੜ ਪਵੇ ਨਾ ਪਰ ਲੋੜ ਪੈਂਦੀ ਅੱਜ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਮੈਡੀਕਲ ਇੱਕ ਇਹੋ ਜਿਹਾ ਸਿਸਟਮ ਹੋ ਗਿਆ ਕਿ ਹਰ ਕਿਸੇ ਨਾ ਕਿਸੇ ਨੂੰ ਵੀ ਕੋਈ ਨਾ ਕੋਈ ਬਿਮਾਰੀ ਪੈਂਦੀ ਲੇਕਿਨ ਜਦੋਂ ਐਮਰਜੈਂਸੀ ਪੈਂਦੀ ਹੈ ਤਾਂ ਪੇਸ਼ੈਂਟਸ ਕਹਿੰਦੇ ਅਸੀਂ ਆਉਂਦੇ ਸਾਨੂੰ ਹਰ ਇੱਕ ਚੀਜ਼ ਜਿਹੜੀ ਹੈ ਫੈਸਿਲਿਟੀ ਉਹ ਮਿੰਟੋ ਮਿੰਟ ਮਿਲਦੀ ਹੈ। ਪ੍ਰੀਤ ਹਸਪਤਾਲ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਬੜੀ ਘਣੀ ਆਬਾਦੀ ਦੇ ਵਿੱਚ ਹੈ ਔਰ ਇਸ ਵੇਲੇ ਇਸ ਇਲਾਕੇ ਵਿੱਚ ਦਿਨੇ ਵੀ ਰਾਤ ਨੂੰ ਵੀ ਸਾਡੇ ਕੋਲ ਐਮਰਜੈਂਸੀਜ਼ ਆਉਂਦੀਆਂ ਰਹਿੰਦੀਆਂ ਨੇ ਔਰ ਸਿੰਸ ਸਾਡਾ ਜਿਹੜਾ ਹਸਪੀਟਲ ਹੈ NABH ਐਕ੍ਰੈਡਿਟਡ ਹਸਪੀਟਲ ਹੈ ਇਸ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਔਰ ਜਦੋਂ ਵੀ ਕੋਈ ਪੇਸ਼ੈਂਟ ਐਮਰਜੈਂਸੀ ਵਿੱਚ ਆਉਂਦਾ ਸਾਡੇ ਸਟਾਫ ਨੂੰ ਸਟ੍ਰਿਕਟ ਇੰਸਟਰਕਸ਼ਨਸ ਨੇ ਕਿ ਉਸ ਮਰੀਜ਼ ਨੂੰ ਸਭ ਤੋਂ ਪਹਿਲਾਂ ਹੈਂਡਲ ਕਰਨਾ ਹੈ। ਜੇ ਤਾਂ ਆਪਾਂ ਇਸੇ ਹੈਂਡਲ ਕਰ ਸਕਦੇ ਹਾਂ ਸਾਡੇ ਕੋਲ ਉਹਦੇ ਵਾਸਤੇ ICU ਵੀ ਹੈ, ਵੈਂਟੀਲੇਟਰਸ ਵੀ ਨੇ, ਮੋਨੀਟਰਸ ਵੀ ਨੇ, ਅਸੀਂ ਸਾਰਾ ਉਹਦਾ ਇਲਾਜ ਕਰਦੇ ਹਾਂ। ਬਟ ਜੇ ਸਾਨੂੰ ਲੱਗਾ ਕਿ ਐਮਰਜੈਂਸੀ ਫਸਟ ਏਡ ਦੇ ਕੇ ਕਿਤੇ ਰੈਫਰ ਕਰਨ ਵਾਲਾ ਹੋਇਆ ਤਾਂ ਉਹ ਵੀ ਅਸੀਂ
ਕਰ ਦਿੰਦੇ ਹਾਂ ਤਾਂ ਕਿ ਜਿਹੜਾ ਪੇਸ਼ੈਂਟ ਨੂੰ ਬੈਸਟ ਪੋਸੀਬਲ ਇਲਾਜ ਜਿਹੜਾ ਵਾ ਹੋ ਸਕੇ ਉਹਦਾ। ਡਾਕਟਰ ਸਾਹਿਬ ਸਰਜਨ ਸੁਸਾਇਟੀ ਅੰਮ੍ਰਿਤਸਰ ਦੇ ਤੁਸੀਂ ਪ੍ਰੈਜ਼ੀਡੈਂਟ ਬਣੇ, ਕੁਝ ਚੁਣੌਤੀਆਂ ਵੀ ਹੈਗੀਆਂ, ਲੇਕਿਨ ਉਸ ਤੋਂ ਪਹਿਲਾਂ ਜੇਕਰ ਮੈਂ ਡਾਕਟਰ JS ਗਰੋਵਰ ਦੀ ਗੱਲ ਕਰਾਂ, ਰੋਟੇਰੀਅਨ ਵੀ ਔਰ ਸਮਾਜ ਦੇ ਵਿੱਚ ਸੇਵਾ ਦੇ ਕੰਮ ਦੀ, ਜਿਵੇਂ ਕੋਵਿਡ ਦੇ ਸਮੇਂ ਵੀ ਇਹਨਾਂ ਨੇ ਸੜਕਾਂ ਤੇ ਉਤਰ ਕੇ ਜਿਹੜੇ ਆ ਜਾਂ ਆਪਣੇ ਪੇਸ਼ੈਂਟਸ ਜਿਹੜੇ ਵੀ ਆਂਦੇ ਹਰ ਬਰੀਕੀ ਨਾਲ ਜਿਹੜਾ ਕੰਮ ਕੀਤਾ, ਔਰ ਕੋਵਿਡ ਵੇਲੇ ਵੀ ਬਿਲਕੁਲ ਸੇਵਾ ਕੀਤੀ ਔਰ ਨਿਸ਼ੁਲਕ ਸੇਵਾ ਜਿਹੜੀ ਸਮਾਜ ਦੇ ਵਿੱਚ, ਕਿਉਂਕਿ ਰੋਟੇਰੀਅਨ ਵੀ ਨੇ ਸੋ ਹਰ ਤਰ੍ਹਾਂ ਹਰ ਪਹਿਲੂ ਦੇ ਵਿੱਚ ਸਮਾਜ ਦੀ ਸੇਵਾ ਕਰਦੇ। ਡਾਕਟਰ ਸਾਹਿਬ ਇੱਕ ਵਾਰੀ ਕੋਵਿਡ ਜਿਹੜਾ ਵਾ ਫਿਰ ਦਸਤਕ ਦੇ ਰਿਹਾ ਹੈ ਪੂਰੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਵੀ ਜਿਹੜੀ ਆ ਇਹਦੀ ਰੇਸ਼ੋ ਜਿਹੜੀ ਵੱਧ ਰਹੀ ਹੈ, ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਮੈਸੇਜ? ਦੇਖੋ, ਜਦੋਂ ਕੋਵਿਡ ਆਇਆ ਸੀ ਉਹ ਵੇਵਸ ਦੇ ਵਿੱਚ ਆਇਆ, ਫਸਟ ਵੇਵ ਆਈ, ਸੈਕੰਡ ਵੇਵ ਆਈ, ਥਰਡ ਵੇਵ ਜਿਹੜੀ ਓਮਿਕਰੋਨ ਆਈ ਬੜੀ ਉਹ ਲਾਈਟ ਸੀ। ਬਟ ਇੱਕ ਗੱਲ ਉਦੋਂ ਵੀ ਅਸੀਂ ਕਹਿੰਦੇ ਸੀ ਤੇ ਹੁਣ ਵੀ ਕਹਿੰਦੇ ਆ ਕਿ ਕੋਵਿਡ ਕਦੀ ਜਾਏਗਾ ਨਹੀਂ, ਇਹ ਵੇਵਸ ਦੇ ਵਿੱਚ ਕਦੀ ਆਏਗਾ ਫਿਰ ਨਿਕਲ ਜਾਏਗਾ ਫਿਰ ਆਏਗਾ। ਅੱਜ ਕੱਲ੍ਹ ਫਿਰ ਨੰਬਰ ਆਫ ਕੇਸਿਸ ਬਹੁਤ ਰਾਈਜ਼ ਤੇ ਨੇ, ਕਿਉਂਕਿ ਹੁਣ ਸਰਕਾਰ ਵੱਲੋਂ RT-PCR ਜਾਂ ਜਿਹੜੇ ਦੀ ਟੈਸਟਿੰਗ ਕੋਈ ਇੰਨੀ ਕੰਪਲਸਰੀ ਨਹੀਂ ਹੈ, ਇਸ ਕਰਕੇ ਕਈ ਕੇਸ ਅਸੀਂ ਸਿੰਪਲ ਵਾਇਰਲ ਕਹਿ ਕੇ ਜਾਂ ਕਾਮਨ ਕੋਲਡ ਕਹਿ ਕੇ ਕੱਢੀ ਜਾਂਦੇ ਪਏ ਹਾਂ। ਬਟ ਡੈਫੀਨੇਟਲੀ ਦ ਕੇਸਿਸ ਆਫ ਕਰੋਨਾ ਵਾਇਰਸ ਆਰ ਔਨ ਦਾ ਰਾਈਜ਼ ਐਂਡ ਬਿਲੀਵ ਇਟ, ਇਹ ਜਿਹੜੀ ਬਿਮਾਰੀ ਹੈ ਆ ਚੁੱਕੀ ਹੈ, ਇਹਨੇ ਜਾਣਾ ਨਹੀਂ ਹੈ, ਸਾਨੂੰ ਸਿਰਫ ਉਹੀ ਆ ਪ੍ਰੀਕਾਸ਼ਨਸ ਲੈਣੇ ਆ। ਬਟ ਹੁਣ ਸਰਕਾਰ ਵੀ ਮਜਬੂਰ ਆ, ਕਦੋਂ ਤੱਕ ਲੋਕਡਾਊਨ ਕਰੋਗੀ। ਔਰ ਲੱਕੀਲੀ ਇਸ ਵਾਰੀ ਜਿਹੜੇ ਕਰੋਨਾ ਦੇ ਕੇਸਿਸ ਆ ਰਹੇ ਨੇ ਉਹ ਬੜੇ ਮਾਈਲਡ ਕੇਸਿਸ ਆ ਰਹੇ ਨੇ, ਕੋਈ ਇੰਨੀ ਫੈਟੈਲਿਟੀ ਰਿਪੋਰਟਡ ਨਹੀਂ ਹੈ, ਡੈਥ ਰਿਪੋਰਟਡ ਨਹੀਂ ਹੈ। ਬਟ ਫਿਰ ਉਹੀ ਗੁਜ਼ਾਰਿਸ਼ ਹੈ ਕਿ ਜਿਸ ਕਿਸੇ ਨੂੰ ਵੀ ਇਹ ਖਾਂਸੀ ਜ਼ੁਕਾਮ ਜਾਂ ਬੁਖਾਰ ਦੇ ਲੱਛਣ ਨੇ ਉਹ ਪਲੀਜ਼ ਮਾਸਕ ਪਾ ਕੇ ਰੱਖੇ ਔਰ ਪਬਲਿਕ ਵਿੱਚ ਜਾਣਾ ਅਵੋਇਡ ਕਰੇ। ਡਾਕਟਰ ਸਾਹਿਬ ਜਿਵੇਂ ਸਮਰ ਗਰਮੀਆਂ ਦਾ ਮੌਸਮ ਆ ਗਿਆ, ਸੀਜ਼ਨਲੀ ਬਿਮਾਰੀਆਂ ਵੀ ਜਿਹੜੀਆਂ ਨਿਕਲ ਕੇ ਆਉਂਦੀਆਂ, ਉਸ ਲਈ ਕਿਵੇਂ ਪ੍ਰੀਤ ਹਸਪੀਟਲ ਤਿਆਰ ਹੈ? ਤੁਹਾਡੇ ਕੋਲ ਡਾਕਟਰ ਜਿਹੜੇ ਹੈਗੇ ਆ ਉਹ ਅਵਲ ਦਰਜੇ ਦੇ ਗਏ ਆ, ਤੋ ਜਿਹੜੀ ਸਮਰ ਦੀ ਬਿਮਾਰੀਆਂ ਜਿਹੜੀ ਗਰਮੀਆਂ ਦੀ ਬਿਮਾਰੀਆਂ ਵਾ ਉਸ ਨੂੰ ਲੈ ਕੇ ਪ੍ਰੀਤ ਹਸਪੀਟਲ ਕਿਸ ਤਰ੍ਹਾਂ ਤਿਆਰ ਹੈ? ਦੇਖੋ, ਅੱਗੇ ਮੈਂ ਤੁਹਾਨੂੰ ਦੱਸਿਆ ਹੈ ਕਿ ਸਾਨੂੰ 20 ਸਾਲ ਹੋ ਗਏ ਨੇ ਇਸ ਹਸਪੀਟਲ ਨੂੰ ਚਲਾਉਂਦਿਆਂ। ਸਾਡੇ ਕੋਲ ਬੜੇ ਤਜਰਬੇਕਾਰ ਕੰਸਲਟੈਂਟਸ ਨੇ। ਮੇਰੀ ਜਿਹੜੀ ਮੈਡੀਕਲ ਨਰਸਿੰਗ ਦੀ ਟੀਮ ਹੈ ਬਹੁਤ ਹੀ ਅਨੁਭਵੀ ਔਰ ਤਜਰਬੇਕਾਰ ਹੈ। ਔਰ ਅਸੀਂ ਗਰਮੀਆਂ ਦੀ ਬਿਮਾਰੀਆਂ ਜਿਵੇਂ ਕਿ ਹੁਣ ਇਸ ਤੋਂ ਬਾਅਦ ਗੈਸਟ੍ਰੋਐਂਟਰਾਈਟਿਸ, ਫਿਰ ਉਸ ਤੋਂ ਬਾਅਦ ਮਲੇਰੀਆ, ਟਾਈਫਾਇਡ, ਜੌਂਡਿਸ ਔਰ ਵਿੱਚ ਤੋਂ ਬਾਅਦ ਡੇਂਗੂ ਆ ਜਾਣਾ ਹੈ। ਸੋ ਇਹ ਜਿਹੜੀਆਂ ਬਿਮਾਰੀਆਂ ਨੇ ਜਦੋਂ ਇੱਕਦਮ ਕਰੋਪ ਆਉਂਦੀ ਹੈ ਤੇ ਉਸ ਨੂੰ ਅਸੀਂ ਬੜੀ ਬਖੂਬੀ ਇਹਨਾਂ ਦਾ ਇਲਾਜ ਕਰ ਰਹੇ ਹਾਂ। ਔਰ ਪਰਮਾਤਮਾ ਦਾ ਸ਼ੁਕਰ ਹੈ ਕਿ ਅੱਜ ਤੱਕ ਜਿੰਨੇ ਵੀ ਸਾਡੇ ਕੋਲ ਇਹੋ ਜਿਹੇ ਪੇਸ਼ੈਂਟਸ ਆਏ ਨੇ ਸਾਰੇ ਰਾਜ਼ੀ ਹੋ ਕੇ ਗਏ ਨੇ। ਔਰ ਇਸੇ ਕਰਕੇ ਹੀ ਚਾਹੇ ਉਹ ਪ੍ਰੀਤ ਹਸਪੀਟਲ ਇਸ ਘਣੀ ਆਬਾਦੀ ਦੇ ਵਿੱਚ ਅਸੀਂ ਖੋਲ੍ਹਿਆ ਹੋਇਆ ਵਾ, ਪਰ ਫਿਰ ਵੀ ਸਾਡੇ ਕੋਲੋਂ ਮਰੀਜ਼ ਬੜੀ ਦੂਰੋਂ ਬਾਹਰ ਦੀ ਡਿਸਟ੍ਰਿਕਟ ਤੋਂ ਵੀ ਆ ਕੇ ਇੱਥੇ ਇਲਾਜ ਕਰਾ ਕੇ ਜਾਂਦੇ ਨੇ। ਬਾਹਰ ਦੇ ਡਿਸਟ੍ਰਿਕਟ ਵੀ, ਕਿਉਂਕਿ ਪ੍ਰੀਤ ਹਸਪੀਟਲ ਦਾ ਕੰਮ ਹੈਗਾ ਆਪਣੇ ਮਰੀਜ਼ ਨੂੰ ਠੀਕ ਕਰਕੇ ਸਹੀ ਗਾਈਡੈਂਸ ਦੇ ਕੇ ਉਹਨੂੰ ਘਰ ਭੇਜਣਾ। ਲੇਕਿਨ ਡਾਕਟਰ ਸਾਹਿਬ ਜੇਕਰ ਸਰਜਨ ਸੁਸਾਇਟੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਚੈਲੰਜਸ ਬੜੇ ਹੈਗੇ ਆ। ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਸਰਜਨ ਵੀ ਬਹੁਤ ਨੇ, ਸੋ ਜੇਕਰ ਸਰਜਰੀ ਦੀ ਗੱਲ ਕਰੀਏ ਤਾਂ ਸਰਜਰੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੈਲੰਜਸ ਸਾਹਮਣੇ ਆਉਂਦੇ? ਤੁਸੀਂ ਦੱਸਿਆ ਵੀ ਇਸ ਤੋਂ ਪਹਿਲਾਂ, ਲੇਕਿਨ ਜੇਕਰ ਲੋਕਾਂ ਦੇ ਮਾਈਂਡ 'ਚ ਵੀ ਹੁੰਦਾ ਵਾ, ਆਪਾਂ ਲੋਕਾਂ ਦੇ ਮਾਈਂਡ ਕਿਵੇਂ ਇੱਕ ਸੈਟਅਪ ਕਰਦੇ ਹਾਂ ਸਰਜਰੀ ਨੂੰ ਲੈ ਕੇ? ਤੁਸੀਂ ਜਿਸ ਤਰ੍ਹਾਂ ਕਿ ਪਹਿਲਾਂ ਕਿਹਾ ਸੀ ਕਿ ਜਦੋਂ ਵੀ ਕੋਈ ਪੇਸ਼ੈਂਟ ਸਰਜਰੀ ਕਰਾਉਣ ਜਾਂਦਾ ਹੈ ਉਹ ਇੱਕ ਸਰਜਨ ਕੋਲ ਜਾਣ ਦੀ ਬਜਾਏ ਪਹਿਲਾਂ 2-4 ਸਰਜਨ ਦੀ ਕੰਸਲਟੇਸ਼ਨ ਲੈਂਦਾ ਹੈ, ਗੂਗਲ ਦੀ ਮਦਦ ਲੈਂਦਾ ਹੈ, ਆਪਣੇ ਕੋਈ ਰਿਸ਼ਤੇਦਾਰਾਂ ਕੋਲੋਂ ਪੁੱਛਦਾ ਕਿ ਕਿਹੜਾ ਹਸਪੀਟਲ ਵਧੀਆ, ਕਿਹੜਾ ਸਰਜਨ ਵਧੀਆ। ਬਿਕੋਜ਼ ਜੇ ਕੋਈ ਖਾਂਸੀ ਜ਼ੁਕਾਮ ਬੁਖਾਰ ਹੈ ਤੁਸੀਂ ਟ੍ਰੀਟਮੈਂਟ ਕਰਦੇ ਹੋ, ਠੀਕ ਨਹੀਂ ਹੁੰਦਾ, ਤੁਸੀਂ ਅਗਲੇ ਦਿਨ ਉਹਦਾ ਟ੍ਰੀਟਮੈਂਟ ਚੇਂਜ ਕਰ ਦਿੰਦੇ ਹੋ। ਪਰ ਸਰਜਰੀ ਇੱਕ ਐਸੋ ਜੀ ਲਾਈਨ ਹੈ ਜਿਹਦੇ ਵਿੱਚ ਇੱਕ ਵਾਰੀ ਜੇ ਆਪਾਂ ਇਨਸੀਜਨ ਦੇਤਾ ਹੈ, ਇੱਕ ਵਾਰ ਜਿਹੜਾ ਆਪਰੇਸ਼ਨ ਕਰਤਾ ਹੈ, ਉਹਦਾ ਰਿਜ਼ਲਟ ਨੂੰ ਦੁਬਾਰਾ ਲੈ ਕੇ ਵਾਪਸ ਆਉਣਾ ਬਹੁਤ ਔਖਾ ਹੈ। ਸੋ ਇਹਦੇ ਵਿੱਚ ਜਿਹੜਾ ਵੀ ਮੇਨ ਮੁੱਦਾ ਹੈ ਉਹ ਹੈਗਾ ਵਾ ਐਕਸਪੀਰੀਅੰਸ। ਵਾਟ ਇਜ਼ ਸਰਜਰੀ? ਸਰਜਰੀ ਇਜ਼ ਆਲ ਅਬਾਊਟ ਐਕਸਪੀਰੀਅੰਸ। ਅੱਜ ਮੈਨੂੰ 28 ਸਾਲ ਹੋ ਗਏ ਨੇ ਆਪਰੇਸ਼ਨਸ ਕਰਦੇ ਆ, ਮੇਰੇ ਹੱਥਾਂ 'ਚੋਂ ਹਜ਼ਾਰਾਂ ਕੇਸ ਮੈਂ ਆਪਣੇ ਹੱਥੋਂ ਕੱਢੇ ਨੇ ਔਰ ਮੈਨੂੰ ਪਤਾ ਹੁੰਦਾ ਕਿ ਇਸ ਕੇਸ ਵਿੱਚ ਕੰਪਲਿਕੇਸ਼ਨਸ ਕਿੱਥੇ ਆ ਸਕਦੀਆਂ। ਔਰ ਮੈਂ ਆਪਣੇ ਜਿਹੜੇ ਸਰਜਨ ਵੀਰ ਨੇ ਉਹਨਾਂ ਨੂੰ ਵੀ ਇਹੀ ਸਲਾਹ ਦਾਂਗਾ ਕਿ ਜਦੋਂ ਵੀ ਕੋਈ ਆਪਰੇਸ਼ਨ ਕਰੋ ਉਸ ਨੂੰ ਦੇਖ ਸਮਝ ਕੇ ਕਰੋ ਕਿ ਆਪਾਂ ਇਸ ਨੂੰ ਰਿਜ਼ਲਟ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ ਹਾਂ। ਸਾਨੂੰ ਲੱਗਦਾ ਕਿ ਇਹ ਪੇਸ਼ੈਂਟ ਦੀਆਂ ਕੰਪਲਿਕੇਟਡ ਕੇਸ ਹੈ ਜਾਂ ਇਸ ਪੇਸ਼ੈਂਟ ਦੇ ਰਿਜ਼ਲਟ ਅੱਛੇ ਨਹੀਂ ਹੈ ਤੇ ਆਪਣੇ ਨਾਲ ਟੀਮ ਲੈ ਕੇ ਚੱਲਣ ਜਾਂ ਪੇਸ਼ੈਂਟ ਨੂੰ ਰੈਫਰ ਕਰ ਦੇਣ। ਬਟ ਅਲਟੀਮੇਟਲੀ ਪੇਸ਼ੈਂਟ ਦਾ ਜਿਹੜਾ ਭਲਾ ਹੈ ਜਾਂ ਉਹਦਾ ਬੈਨੀਫਿਟ ਉਹੀ ਸਭ ਤੋਂ ਇੰਪੋਰਟੈਂਟ ਹੈ। ਡਾਕਟਰ ਸਾਹਿਬ ਤੁਸੀਂ ਤਾਂ ਆਪਣਾ ਧਰਮ ਤੇ ਆਪਣਾ ਫਰਜ਼ ਨਿਭਾਤਾ, ਲੇਕਿਨ ਪ੍ਰੀਕਾਸ਼ਨਸ ਦੀ ਗੱਲ ਆਈ ਹੈ, ਕਈ ਵਾਰ ਮਰੀਜ਼ ਜਿਹੜੇ ਹੁੰਦੇ ਆ ਜਿਹੜੇ ਪੇਸ਼ੈਂਟ ਸਰਜਰੀ ਕਰਾਉਂਦੇ ਉਹ ਪ੍ਰੀਕਾਸ਼ਨਸ ਲੈਂਦੇ ਹੁੰਦੇ ਜਿਹਦਾ ਕਿ ਉਹ ਸਰਜਰੀ ਜਿਹੜੀ ਹੁੰਦੀ ਹੋਰ ਖਤਰਨਾਕ ਹੋ ਜਾਂਦੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਫਿਰ ਉੱਥੇ ਗੱਲ ਆ ਜਾਂਦੀ ਹੈ ਜੀ ਕਿ ਜਿਹੜਾ ਆਪਰੇਸ਼ਨ ਹੈ ਇਹ ਤਾਂ ਇੱਕ ਸਰਜਨ ਅਤੇ ਇੱਕ ਮਰੀਜ਼ ਦੇ ਵਿੱਚ ਅੰਡਰਸਟੈਂਡਿੰਗ ਹੈ ਵਿਚ ਇਜ਼ ਕਾਲਡ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ। ਜਦੋਂ ਪੇਸ਼ੈਂਟ ਇੱਕ ਫੇਥ ਕਰਕੇ ਡਾਕਟਰ ਤੇ ਆਂਦਾ ਹੈ ਕਿ ਜੋ ਡਾਕਟਰ ਸਾਹਿਬ ਨੇ ਕਿਹਾ ਮੈਂ ਉਹੀ ਕਰਨਾ ਔਰ ਮੈਂ ਯਕੀਨ ਨਾਲ ਕਹਿੰਦਾ, ਉਹ ਪੇਸ਼ੈਂਟ ਨੂੰ ਕੋਈ ਕੰਪਲਿਕੇਸ਼ਨ ਨਹੀਂ ਆਉਂਦੀ, ਉਹ ਪੇਸ਼ੈਂਟ ਠੀਕ ਹੋ ਕੇ ਜਾਂਦਾ ਹੈ। ਸਪੋਜ਼ਲੀ ਮੇਰੇ ਕੋਲ ਕੋਈ ਪੇਸ਼ੈਂਟ ਆਂਦਾ ਵਾ, ਉਸ ਤੋਂ ਬਾਅਦ ਉਹ ਆਪਣੀ ਆਪ ਹੀ ਕੋਈ ਪੱਟੀਆਂ ਕਿਤੋਂ ਕਰਾ ਲਈਆਂ, ਮੈਡੀਸਿਨ ਕਿਸੇ ਹੋਰ ਕੋਲੋਂ ਖਾ ਲਈ, ਉਹ ਬਾਅਦ 'ਚੋਂ ਜਦੋਂ ਪ੍ਰੋਬਲਮ ਆਉਂਦੀ ਉਹ ਫਿਰ ਸਰਜਨ ਦੇ ਕੋਲ ਆ ਕੇ ਕਹਿੰਦਾ ਜੀ ਸਾਨੂੰ ਇਹ ਪ੍ਰੋਬਲਮ ਆ ਗਈ। ਉਸ ਵੇਲੇ ਬੁਰਾ ਵੀ ਲੱਗਦਾ ਹੈ ਔਰ ਆਪ ਨੂੰ ਵੀ ਫੀਲ ਹੁੰਦਾ ਕਿ ਐਡਾ ਵਧੀਆ ਆਪਰੇਸ਼ਨ ਹੋਇਆ ਸੀ ਤੇ ਪੇਸ਼ੈਂਟ ਕੀ ਕਰਾਂ।
ਸੋ ਇਟ ਇਜ਼ ਮਾਈ ਹੰਬਲ ਰਿਕੁਐਸਟ ਟੂ ਆਲ ਮਾਈ ਪੇਸ਼ੈਂਟਸ ਕਿ ਜਿਸ ਵੀ ਸਰਜਨ ਕੋਲੋਂ ਆਪਰੇਟ ਕਰਾ ਰਹੇ ਨੇ ਪਲੀਜ਼ ਫੋਲੋ ਅਪ ਉਸੇ ਹੀ ਸਰਜਨ ਕੋਲ ਹੋਣਾ ਚਾਹੀਦਾ। ਬਿਲਕੁਲ ਬਿਲकुल और ਸਰਜਨ ਦੇ ਔਰ ਪੇਸ਼ੈਂਟ ਦਾ ਇੱਕ ਫ੍ਰੈਂਡਲੀ ਮਾਹੌਲ ਹੋਣਾ ਚਾਹੀਦਾ ਔਰ ਬਿਲਕੁਲ ਹੁੰਦਾ ਵੀ ਹੈ ਪ੍ਰੀਤ ਹਸਪੀਟਲ ਦੇ ਵਿੱਚ। ਲਗਾਤਾਰ ਪ੍ਰੀਤ ਹਸਪੀਟਲ ਡਾਕਟਰ JS ਗਰੋਵਰ ਔਰ ਉਹਨਾਂ ਦਾ ਪੂਰਾ ਸਟਾਫ, ਉਹਨਾਂ ਦੇ ਪੂਰੇ ਡਾਕਟਰਾਂ ਦੀ ਟੀਮ ਹਮੇਸ਼ਾ ਆਪਣੇ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਉਹਨਾਂ ਨੂੰ ਠੀਕ ਕਰਨ ਦੇ ਨਾਲ ਨਾਲ ਇੱਕ ਸਹੀ ਗਾਈਡੈਂਸ ਦੇ ਕੇ ਉਹਨੂੰ ਘਰ ਭੇਜਣਾ, ਕਿਉਂਕਿ अगर गाइडेंस मिलती है, अगर उन्होंने मोटिवेशन मिलती है और अगर सही राय मिलती तो सब तो पहला जी रिकवरी करता। और प्रीत हॉस्पिटल का मकसद भी यही रहा वा कि रिकवरी जल्दी पेशेंट की करानी ताकि पेशेंट जोड़ा वा ठीक है होके जाए। और प्रीत हॉस्पिटल जोड़ा नाम के नाल ही अपने काम तो भी जाने और डॉक्टर JS ग्रोवर जोड़े कि रोटेरियन भी और समाज सेवा के अपना योगदान पाने तो कभी भी पिछे नहीं हटते।